ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵਿਜੇ। ਡਾਕਟਰ ਸਾਹਿਬ ਪਿਛਲੇ ਕਈ ਹਫ਼ਤਿਆਂ ਤੋਂ ਜਦੋਂ ਅਸੀਂ ਸੈਗਮੈਂਟਸ ਖਤਮ ਕਰਦੇ ਹਾਂ ਉਦੋਂ ਤੁਸੀਂ ਵੀ ਗੱਲ ਕਰਦੇ ਸੀ ਵੀ ਡਾਇਬਟੀਜ਼ ਬਾਰੇ ਆਪਾਂ ਜ਼ਰੂਰ ਗੱਲ ਕਰਨੀ ਆ। ਹਾਂਜੀ, ਤੇ ਆਈ ਥਿੰਕ ਤੁਹਾਡੀ ਜਿਹੜੀ ਉਹ ਗੱਲ ਸੀ ਬਹੁਤ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਨੇ ਹੁਣ ਉਹ ਮੈਨੀਫੈਸਟ ਹੋਣੀ ਸ਼ੁਰੂ ਹੋਈ ਕਿ ਮੈਸੇजेस ਆਉਣੇ ਸ਼ੁਰੂ ਹੋਏ ਰਾਈਟ, ਕਿ ਜੀ ਡਾਕਟਰ ਸਾਹਿਬ ਨੂੰ ਪਲੀਜ਼ ਇਹ ਵੀ ਕਹੋ ਕਿ ਜੀ ਸੈਗਮੈਂਟ ਕਰਨ ਹਾਂਜੀ, ਕਿ ਡਾਇਬਟੀਜ਼ ਬਾਰੇ ਗੱਲ ਕਰੀਏ। ਬਿਲਕੁਲ, ਹੁਣ ਜਿਹੜਾ ਤੁਸੀਂ ਪੁਆਇੰਟ ਆਫ ਵਿਊ ਹਮੇਸ਼ਾ ਸਾਂਝਾ ਕਰਦੇ ਹੋ ਲਾਈਫ ਸਟਾਈਲ ਦੇ ਵਿੱਚ ਕਿਹੜੀਆਂ ਤਬਦੀਲੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੀਆਂ ਬਿਮਾਰੀਆਂ ਤੋਂ ਜਾਂ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ, ਮੈਨੇਜ ਕਰ ਸਕਦੇ ਹਾਂ, ਜਾਂ ਇਨ ਮੈਨੀ ਕੇਸਿਸ ਹਾਂਜੀ, ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ, ਬਚਾਅ ਕਰ ਸਕਦੇ ਹਾਂ। ਡਾਇਬਟੀਜ਼ ਇੱਕ ਅਜਿਹੀ ਚੀਜ਼ ਹੈ ਜੀ ਜਿਸ ਨੇ ਬਹੁਤ ਵੱਡੇ ਪੱਧਰ 'ਤੇ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕੀਤਾ। ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਇਹਦਾ ਇੰਸਟੈਂਸ ਕਿਤੇ ਜ਼ਿਆਦਾ ਹੈ। ਬਿਲਕੁਲ। ਬੇਸਿਕਸ ਤੋਂ ਗੱਲ ਸ਼ੁਰੂ ਕਰੀਏ ਜੀ, ਜੇ ਤੁਸੀਂ ਥੋੜ੍ਹਾ ਜਿਹਾ ਸਮਝਾ ਸਕੋ ਕਿ ਡਾਇਬਟੀਜ਼ ਦੀਆਂ ਵੱਖੋ ਵੱਖਰੀਆਂ ਕਿਸਮਾਂ ਨੇ, ਹੈ ਨਾ ਜੀ। ਸੋ ਇਹਦੇ ਅਲੱਗ-ਅਲੱਗ ਏਜ ਗਰੁੱਪਸ ਨੂੰ ਇਹ ਟਾਰਗੇਟ ਕਰਦੀ ਆ। ਹਾਂਜੀ, ਸੋ ਸਟਾਰਟਿੰਗ ਫਰੋਮ ਦ ਵੈਰੀ ਬੇਸਿਕ, ਜੇ ਕਿਸੇ ਅਜਿਹੇ ਬੰਦੇ ਨੂੰ ਤੁਸੀਂ ਦੱਸਣਾ ਜਿਹਨੂੰ ਪਤਾ ਤਾਂ ਹੈ ਵੀ ਡਾਇਬਟੀਜ਼ ਸ਼ੂਗਰ ਦੀ ਬਿਮਾਰੀ ਆ, ਹਾਂਜੀ, ਪਰ ਉਹ ਤੋਂ ਜ਼ਿਆਦਾ ਹੋਰ ਕੁਝ ਪਤਾ ਨਹੀਂ, ਤਾਂ ਕਿੱਥੋਂ ਗੱਲ ਸ਼ੁਰੂ ਕਰੇ ਜੀ? ਬਿਲਕੁਲ ਵਿਜੇ, ਤੁਸੀਂ ਬਿਲਕੁਲ ਸਹੀ ਕਿਹਾ। ਜਿਹੜੀ ਡਾਇਬਟੀਜ਼ ਹੈ ਨਾ, ਇਹ ਬੜੀ ਮਾਰੂ ਬਿਮਾਰੀ ਹੈ ਹੂੰ, ਤੇ ਇਹ ਸਾਇਲੈਂਟਲੀ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੀ ਹੈ। ਹੂੰ, ਜਦੋਂ ਕਿਸੇ ਨੂੰ ਡਾਇਬਟੀਜ਼ ਹੋਣੀ ਸ਼ੁਰੂ ਹੁੰਦੀ ਹੈ ਤੇ ਈਵਨ ਜਦੋਂ ਡਾਇਗਨੋਜ਼ ਹੁੰਦੀ ਹੈ, ਉਹ ਤੋਂ ਬੜੇ ਸਾਲ ਪਹਿਲਾਂ ਬਾਡੀ ਦੇ ਵਿੱਚ ਉਹ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਹੂੰ, ਜਿਹੜੀਆਂ ਦਰਸਾ ਰਹੀਆਂ ਹੁੰਦੀਆਂ ਕਿ ਅੱਗੇ ਚੱਲ ਕੇ ਡਾਇਬਟੀਜ਼ ਹੋ ਜਾਣੀ ਹੈ। ਜੀ, ਤੇ ਅਕਸਰ ਮੋਨੀਟਰ ਕਰਨ ਵਾਲੇ ਜਿਹੜੇ ਡਾਕਟਰ ਨੇ ਉਹ ਇਹ ਦੱਸ ਸਕਦੇ ਹੁੰਦੇ ਆ ਵੀ 2 ਕੁ ਸਾਲ ਬਾਅਦ ਤੈਨੂੰ ਕੋਈ ਨਾ ਕੋਈ ਗੋਲੀ ਖਾਣੀ ਪੈਣੀ ਆ, ਕਿਉਂਕਿ ਹੂੰ, ਉਹ ਦਿਖ ਰਿਹਾ ਹੁੰਦਾ। ਪ੍ਰੀਕਰਸਰ ਸ਼ੁਰੂ ਹੋ ਜਾਂਦੇ ਆ। ਬਿਲਕੁਲ। ਤੇ ਅੱਗੇ ਕਹਿੰਦੇ ਹੁੰਦੇ ਸੀਗੇ ਇੱਕ ਬੱਚਿਆਂ ਨੂੰ ਹੁੰਦੀ ਹੈ, ਇੱਕ ਵੱਡੀ ਉਮਰ 'ਚ ਹੁੰਦੀ ਹੈ, ਐਡਲਟ ਔਨਸੈਟ ਵੀ ਇਹ ਵੱਡਿਆਂ ਨੂੰ ਹੁੰਦੀ ਹੈ। ਹਾਂਜੀ, ਹੁਣ ਉਹਨੂੰ ਟਾਈਪ 1 ਟਾਈਪ 2 ਡਾਇਬਟੀਜ਼ ਕਰਕੇ ਜ਼ਿਆਦਾ ਜਾਣਿਆ ਜਾਂਦਾ, ਕਿਉਂਕਿ ਜਿਹੜੀ ਅੱਗੇ ਕਿਹਾ ਜਾਂਦਾ ਸੀ ਵੀ ਵੱਡੀ ਉਮਰ 'ਚ ਹੁੰਦੀ ਹੈ, ਹੂੰ, ਉਹ ਟਾਈਪ 2 ਡਾਇਬਟੀਜ਼ ਵੀ ਛੋਟੀ ਉਮਰ 'ਚ ਹੋਣ ਲੱਗ ਗਈ। ਹੂੰ, ਸੋ ਇਸ ਤਰ੍ਹਾਂ ਜਿਵੇਂ ਆਪਾਂ ਗੱਲ ਕਰਦੇ ਸੀ ਹਾਰਟ ਡਿਜ਼ੀਜ਼ ਆ, ਅੱਗੇ ਸੋਚਿਆ ਜਾਂਦਾ ਸੀ ਕਿ 60-65 ਸਾਲ ਦੀ ਉਮਰ ਤੋਂ ਬਾਅਦ ਦਿਲ ਦਾ ਦੌਰਾ ਪੈਂਦਾ, ਇਹ ਰਾਈਟ, ਵੱਡੀ ਉਮਰ ਦੀ ਜੀ, ਬਿਮਾਰੀ ਜੀ, ਹੈ। ਜੀ, ਉਹੀ ਹੁਣ 20 25 30 ਸਾਲ ਦੇ ਵਿੱਚ ਵੀ ਦੇਖਣ ਨੂੰ ਮਿਲਦਾ। ਸੇਮ ਚੀਜ਼ ਡਾਇਬਟੀਜ਼ ਦੇ ਨਾਲ ਆ। ਆਮ ਇਹਨੂੰ ਸ਼ੂਗਰ ਕਰਕੇ ਜਾਣਦੇ ਨੇ। ਹੂੰ, ਸੋ ਸ਼ੂਗਰ ਕੋਈ ਬਿਮਾਰੀ ਨਹੀਂ ਹੈ। ਹੂੰ, ਸ਼ੂਗਰ ਨੂੰ ਤੁਹਾਡੀ ਬਾਡੀ ਹੈਂਡਲ ਕਿਵੇਂ ਕਰਦੀ ਆ, ਉਹ ਸਹੀ ਤਰ੍ਹਾਂ ਇਸਤੇਮਾਲ ਨਹੀਂ ਕਰ ਪਾਉਂਦੀ ਉਹਦਾ, ਉਹ ਬਿਮਾਰੀ ਹੈ। ਜੀ, ਸੋ ਬੇਸਿਕਲੀ 2 ਤਰ੍ਹਾਂ ਦੀਆਂ ਨੇ ਡਾਇਬਟੀਜ਼, ਟਾਈਪ 1, ਟਾਈਪ 2। ਟਾਈਪ 1 ਜਿਹਦੇ 'ਚ ਜਿਹੜਾ ਪੈਨਕ੍ਰੀਆਜ਼ ਆ ਜੋ ਇਨਸੂਲਿਨ ਬਣਾਉਂਦਾ ਆਪਣੇ ਸਰੀਰ 'ਚ, ਜੇ ਉਹ ਕੰਮ ਕਰਨਾ ਬੰਦ ਕਰ ਦੇ ਜਾਂ ਹੂੰ, ਕਿਸੇ ਕਾਰਨ ਇਨਸੂਲਿਨ ਦੀ ਪ੍ਰੋਡਕਸ਼ਨ ਬਹੁਤ ਘੱਟ ਜਾਏ ਜਾਂ ਖਤਮ ਹੋ ਜਾਏ, ਤੇ ਉਹਨੂੰ ਟਾਈਪ 1 ਡਾਇਬਟੀਜ਼ ਕਹਿੰਦੇ ਆ। ਉਹਦਾ ਕੋਈ ਹੋਰ ਹੱਲ ਨਹੀਂ, ਉਹਨਾਂ ਨੂੰ ਇਨਸੂਲਿਨ ਦੇ ਇੰਜੈਕਸ਼ਨ ਲੈਣੇ ਪੈਂਦੇ ਨੇ। ਅੱਛਾ, ਉਹਦੇ ਵਿੱਚ ਪੈਨਕ੍ਰੀਆਜ਼ ਨੇ ਕੰਮ ਕਰਨਾ ਮਤਲਬ ਇਨਸੂਲਿਨ ਸਿਕਰੀਟ ਕਰਨੀ ਹੀ ਬੰਦ ਕਰਤੀ। ਸਿਕ੍ਰੀਟ ਕਰਨੀ ਬੰਦ ਕਰਤੀ। ਉਹਨੂੰ ਅਕਸਰ ਆਟੋ ਇਮਿਊਨ ਮੰਨਿਆ ਜਾਂਦਾ ਹੈ ਕਿ ਰਾਈਟ, ਸਰੀਰ ਦੇ ਵਿੱਚ ਆਪਣੇ ਹੀ ਔਰਗਨ ਦੇ ਵਾਸਤੇ ਕੁਝ ਐਂਟੀਬਾਡੀਜ਼ ਬਣ ਗਈਆਂ, ਜਿਨ੍ਹਾਂ ਨੇ ਉਹ ਸੈੱਲ ਖਤਮ ਕਰਤੇ, ਜਿਨ੍ਹਾਂ ਨੇ ਇਨਸੂਲਿਨ ਬਣਾਉਣੀ ਸੀਗੀ। ਸਰੀਰ ਆਪਾਂ ਵਿਰੋਧੀ ਹੋ ਗਿਆ, ਆਪਣੇ ਹਾਂਜੀ, ਆਪ ਦੇ ਵਿਰੋਧ, ਬਿਲਕੁਲ, ਓਕੇ, ਬਿਲਕੁਲ। ਤੇ ਉਹਦੀਆਂ ਬੜੀਆਂ ਥਿਊਰੀਜ਼ ਨੇ। ਆਟੋ ਇਮਿਊਨ ਅਕਸਰ ਥੋੜ੍ਹਾ ਜਿਹਾ ਜੈਨੇਟਿਕ ਕੰਪੋਨੈਂਟ ਇਹਦਾ ਓਕੇ, ਹੈਗਾ, ਪਰ ਕਾਫੀ ਵੱਡਾ ਇਹਦਾ ਐਪੀਜੈਨੇਟਿਕ ਕੰਪੋਨੈਂਟ ਆ। ਉਹ ਕੀ ਹੁੰਦਾ ਸੋ ਜੀ? ਜੈਨੇਟਿਕਸ ਦੀ ਨਾ ਹੁਣ ਵਿਜੇ ਬੜੀ ਮਜ਼ੇਦਾਰ ਇੰਟਰਸਟਿੰਗ ਰਿਸਰਚ ਆ, ਜਿਹੜੀ ਬੜਾ ਹੌਸਲਾ ਦਿੰਦੀ ਹੈ ਹੂੰ, ਜੇ ਕਿਸੇ ਨੇ ਆਪਣਾ ਲਾਈਫਸਟਾਈਲ ਬਦਲਣਾ ਹੋਏ ਉਹਨਾਂ ਨੂੰ। ਜੀ, ਕਿ ਪਹਿਲਾਂ ਤਾਂ ਜਿਹੜੇ ਜੀਨਸ ਮੰਨੇ ਜਾਂਦੇ ਸੀ ਵੀ ਜਿਹੜੇ ਜੀਨਸ ਲੈ ਕੇ ਆਪਾਂ ਜਨਮੇ ਆ, ਉਹਦਾ ਕੁਛ ਨਹੀਂ ਕਰ ਸਕਦੇ, ਉਹ ਹੂੰ, ਤਾਂ ਉਹੀ ਰਹਿਣੇ ਆ, ਜੀ, ਜਨਰੇਸ਼ਨ ਟੂ ਜਨਰੇਸ਼ਨ ਗਾਂਹ ਪਾਸ ਹੁੰਦੇ ਆ। ਪਰ ਹੁਣ ਰਿਸਰਚ ਇਹ ਵੀ ਸ਼ੋ ਕਰਦੀ ਹੈ ਕਿ ਜੀਨਸ ਇੱਕ ਲੋਡਡ ਗਨ ਦੀ ਤਰ੍ਹਾਂ, ਹੂੰ, ਉਹ ਗੋਲੀ ਤਾਂ ਹੀ ਵੱਜਦੀ ਹੈ ਜੇ ਕੋਈ ਟ੍ਰਿਗਰ ਖਿੱਚੇ, ਰਾਈਟ, ਤੇ ਜੋ ਟ੍ਰਿਗਰ ਖਿੱਚਣਾ ਹੈ, ਉਹਨੂੰ ਐਪੀਜੈਨੇਟਿਕਸ ਕਹਿੰਦੇ ਆ। ਕਿ ਜਿਹੜਾ ਹੂੰ, ਮਾਹੌਲ ਹੈ, ਜਿਸ ਮਾਹੌਲ ਦੇ ਵਿੱਚ ਉਹ ਜੀਨ ਰਹਿੰਦੇ ਨੇ, ਸੋ ਉਹਦੇ 'ਚ ਤੁਹਾਡਾ ਲਾਈਫਸਟਾਈਲ, ਸੋਚ, ਖਾਣਾ ਪੀਣਾ ਸਾਰਾ ਕੁਝ ਆ ਜਾਂਦਾ। ਹੂੰ, ਜੀਨਸ ਸਹੀ ਨੇ ਆਪਣੀ ਜਗ੍ਹਾ ਤੇ, ਉਹਨਾਂ ਦਾ ਅਸਰ ਜ਼ਰੂਰ ਹੁੰਦਾ, ਪਰ ਜੀਨਸ ਕਈ ਵਾਰੀ ਟਰਨ ਔਨ ਤੇ ਟਰਨ ਔਫ ਵੀ ਕੀਤੇ ਜਾ ਸਕਦੇ ਆ। ਰਾਈਟ, ਸੋ ਇਹ ਰਿਸਰਚ ਬੜੀ ਹੌਸਲਾ ਦੇਣ ਵਾਲੀ ਹੈ ਕਿ ਆਪਾਂ ਉਹਨਾਂ ਚੀਜ਼ਾਂ ਵੱਲ ਧਿਆਨ ਦਈਏ ਜਿਹਦੇ ਨਾਲ ਉਹ ਜੀਨਸ ਟ੍ਰਿਗਰ ਹੀ ਨਾ ਹੋਣ। ਤੇ ਇਹਨੂੰ ਕਹਿੰਦੇ ਐਪੀਜੈਨੇਟਿਕਸ। ਐਪੀਜੈਨੇਟਿਕਸ, ਅੱਛਾ ਜੀ, ਹਾਂਜੀ, ਕਿ ਮਾਹੌਲ ਕਿਹੋ ਜਿਹਾ, ਐਨਵਾਇਰਨਮੈਂਟ ਕਿਹੋ ਜਿਹਾ ਹੂੰ, ਜੀਨਸ ਦੇ ਕੰਮ ਕਰਨ ਦਾ। ਸੋ ਟਾਈਪ 1 ਡਾਇਬਟੀਜ਼ ਬਾਰੇ ਬਹੁਤ ਥੋੜ੍ਹੀ ਜਿਹੀ ਇੱਕ ਰਿਸਰਚ ਹੈਗੀ ਹੈ ਕਿ ਕੁਛ ਸਟੱਡੀਜ਼ ਨੇ ਉਹਨੂੰ ਅਰਲੀ ਇੰਟਰੋਡਕਸ਼ਨ ਆਫ ਕਾਊਜ਼ ਮਿਲਕ ਨਾਲ ਲਿੰਕ ਕੀਤਾ, ਅੱਛਾ ਜੀ, ਪਰ ਇਹ ਬਹੁਤ ਜ਼ਿਆਦਾ ਇਹਦੇ 'ਤੇ ਸਾਰੀ ਸਹਿਮਤੀ ਨਹੀਂ ਹੋ ਪਾਈ ਕਿ ਹੂੰ, ਇਹ ਸਹੀ ਹੈ ਜਾਂ ਨਹੀਂ। ਪਰ ਕੁਛ ਇੰਡੀਕੇਸ਼ਨਸ ਨੇ ਕਿ ਜਦੋਂ ਕੁਛ ਬੱਚਿਆਂ ਨੂੰ ਅਰਲੀ ਇੰਟਰੋਡਕਸ਼ਨ ਹੋਵੇ ਤੇ ਉਹਦੇ ਨਾਲ ਉਹਨਾਂ ਦਾ ਰਿਸਕ ਫੈਕਟਰ ਵੱਧਦਾ। ਜਿਹੜੀ ਟਾਈਪ 2 ਡਾਇਬਟੀਜ਼ ਆ, ਜੀ, ਉਹ ਲਾਈਫਸਟਾਈਲ ਡਿਜ਼ੀਜ਼ ਆ। ਹੂੰ, ਸੋ ਅਕਸਰ ਇੱਕ ਪ੍ਰੀ ਡਾਇਬਟਿਕ ਸਟੇਜ ਮੰਨੀ ਜਾਂਦੀ ਹੈ, ਜਿਹਦੇ 'ਚ ਕਿ ਸ਼ੂਗਰ ਵੱਧ ਨਹੀਂ ਹੈ, ਹੂੰ, ਜਾਂ ਰਾਈਟ, ਤੁਹਾਡੀ ਬਾਡੀ ਦੇ ਵਿੱਚ ਜੇ ਆਪਾਂ ਫਾਸਟਿੰਗ ਬਲੱਡ ਸ਼ੂਗਰ ਜਾਂ ਹੀਮੋਗਲੋਬਿਨ A1C ਚੈੱਕ ਕਰਦੇ ਨੇ ਅਕਸਰ ਡਾਕਟਰ,
ਉਹ ਵੱਧ ਨਹੀਂ ਹੈ, ਹੂੰ ਪਰ ਉਹ ਵਧਣ ਵੱਲ ਜਾ ਰਿਹਾ ਹੈ। ਔਰ ਜੀ ਨਾਰਮਲ ਤੋਂ ਥੋੜ੍ਹਾ ਜਿਹਾ ਉੱਪਰ ਹੈ, ਅਤੇ ਜਿੱਥੇ ਕਹੀਏ ਕਿ ਹੁਣ ਬਿਮਾਰੀ ਸ਼ੁਰੂ ਹੋ ਗਈ, ਉਹ ਤੋਂ ਥੋੜ੍ਹਾ ਜਿਹਾ ਘੱਟ ਹੈ। ਹਾਂਜੀ ਉਹ ਪ੍ਰੀ ਡਾਇਬਟੀਜ਼ ਆ, ਅਤੇ ਉਹ ਅਕਸਰ ਮੰਨਿਆ ਹੀ ਜਾਂਦਾ ਕਿ ਜਿਹਨੂੰ ਪ੍ਰੀ ਡਾਇਬਟੀਜ਼ ਆ, ਥੋੜ੍ਹੇ ਸਾਲਾਂ ਬਾਅਦ ਇਹਨੂੰ ਡਾਇਬਟੀਜ਼ ਹੋ ਜਾਣੀ ਹੈ। ਹੂੰ ਪਰ ਉਹ ਰਿਵਰਸੇਬਲ ਆ ਲਾਈਫ ਸਟਾਈਲ ਦੀਆਂ ਚੇਂਜਸ ਨਾਲ। ਰਾਈਟ ਫਿਰ ਡਾਇਬਟੀਜ਼ ਉਦੋਂ ਹੋ ਗਈ ਜਦੋਂ ਹੁਣ ਕੁਛ ਖਾਣ ਦੇ ਨਾਲ ਤੁਹਾਡੀ ਸ਼ੂਗਰ ਲੈਵਲ ਸਰੀਰ 'ਚ ਵੱਧ ਜਾਵੇ, ਅਤੇ ਉਹ ਸ਼ੂਗਰ ਜਿਹੜੇ ਸੈੱਲ ਨੇ, ਮਸਲਸ ਨੇ, ਸ਼ੂਗਰ ਐਨਰਜੀ ਆ, ਹੂੰ ਤਾਕਤ ਮਿਲਣੀ ਆ। ਹਰ ਦਿਮਾਗ ਨੂੰ, ਮਸਲ ਸੈੱਲਸ ਨੂੰ ਉਹਨਾਂ ਨੇ ਸ਼ੂਗਰ ਨੂੰ ਐਨਰਜੀ 'ਚ ਕਨਵਰਟ ਕਰਨਾ, ਜੀ ਅਤੇ ਉਹ ਇਸਤੇਮਾਲ ਨਾ ਕਰ ਪਾਉਣ, ਹੂੰ ਸ਼ੂਗਰ ਬਲੱਡ 'ਚ ਘੁੰਮਦੀ ਰਹੇ, ਹੂੰ ਵੱਧ ਘੁੰਮਦੀ ਰਹੇ, ਉਹ ਫਿਰ ਡਾਇਬਟੀਜ਼ ਬਣ ਜਾਂਦੀ ਆ। ਸੋ ਜਿਵੇਂ ਟਾਈਪ 1 'ਚ ਤੁਸੀਂ ਦੱਸਿਆ ਜੀ ਕਿ ਜਿਹੜੇ ਪੈਨਕ੍ਰੀਆਜ਼ ਨੇ ਹਾਂਜੀ। ਉਹ ਇਨਸੂਲਿਨ ਸਿਕਰੀਟ ਕਰਨੀ ਬੰਦ ਹੀ ਕਰ ਦਿੰਦੇ ਨੇ ਜਾਂ ਬਿਲਕੁਲ। ਇੰਨੀ ਘੱਟ ਹੁੰਦੀ ਕਿ ਨਾਮ ਮਾਤਰ ਹੀ ਆ। ਬਿਲਕੁਲ। ਸੋ ਟਾਈਪ 2 ਦੇ ਵਿੱਚ ਕੀ ਇਹ ਮਤਲਬ ਹੋਇਆ ਕਿ ਇਨਸੂਲਿਨ ਤੇ ਸਿਕਰੀਟ ਹੋ ਰਹੀ ਆ, ਹਾਂਜੀ। ਪਰ ਜਿੰਨੀ ਸ਼ੂਗਰ ਦੀ ਕੰਜ਼ੰਪਸ਼ਨ ਆ ਜਾਂ ਜਿੰਨੀ ਬਲੱਡ ਸਟਰੀਮ ਦੇ ਵਿੱਚ ਸ਼ੂਗਰ ਚਲੀ ਗਈ, ਹਾਂਜੀ। ਉਹਨੂੰ ਜਿੰਨੀ ਬਾਡੀ ਦੇ ਵਿੱਚੋਂ ਇਨਸੂਲਿਨ ਬਣ ਰਹੀ ਆ, ਉਹਨੂੰ ਨਿਊਟਰਲਾਈਜ਼ ਨਹੀਂ ਕਰ ਪਾ ਰਹੀ। ਵਿਜੇ, ਸਾਰਿਆਂ ਨਾਲੋਂ ਇੰਟਰਸਟਿੰਗ ਫਾਈਂਡਿੰਗ ਇਹਦੇ 'ਚ ਇਹ ਹੈ ਜੀ ਕਿ ਇਨਸੂਲਿਨ ਐਕਚੁਅਲੀ ਵੱਧ ਪ੍ਰੋਡਿਊਸ ਹੋ ਰਹੀ ਹੁੰਦੀ ਹੈ ਅਕਸਰ। ਸੋ ਅੱਛਾ ਜੀ ਜਿਹੜੇ ਡਾਇਬੈਟਿਕ ਨੇ, ਟਾਈਪ 2 ਡਾਇਬੈਟਿਕ, ਉਹਨਾਂ 'ਚ ਇੱਕ ਸਟੇਜ ਹੁੰਦੀ ਹੈ ਜਿਹਦੇ 'ਚ ਹਾਈਪਰ ਇਨਸੂਲੀਮੀਆ ਕਿਹਾ ਜਾਂਦਾ, ਕਿ ਇਨਸੂਲਿਨ ਜ਼ਰੂਰਤ ਨਾਲੋਂ, ਆਮ ਪੱਧਰ ਨਾਲੋਂ ਵੱਧ ਹੈ। ਸੋ ਜਦੋਂ ਸ਼ੂਗਰ ਫਿਰ ਘਟ ਜਾਂਦੀ ਹੈ, ਕਈ ਵਾਰੀ ਫਿਰ ਡਿੱਗੇ ਡਿੱਗੇ ਮਹਿਸੂਸ ਕਰਦੇ ਨੇ ਬਹੁਤ। ਇਜ਼ ਦੈਟ ਦ ਸਿਚੁਏਸ਼ਨ? ਉਹ ਮੈਟਾਬੋਲਿਜ਼ਮ ਉਹਨਾਂ ਦਾ ਵਧੀਆ ਨਹੀਂ ਚੱਲ ਰਿਹਾ, ਸੋ ਸ਼ੂਗਰ ਹੂੰ ਦਾ ਕੰਟਰੋਲ ਠੀਕ ਨਹੀਂ ਹੈਗਾ। ਅਕਸਰ ਜਦੋਂ ਦਵਾਈ ਖਾਂਦੇ ਨੇ, ਜੇ ਦਵਾਈ ਦਾ ਤਾਲਮੇਲ ਠੀਕ ਨਾ ਹੋਵੇ, ਹੂੰ ਉਹਦੇ ਨਾਲ ਜਿਹਨੂੰ ਹਾਈਪੋਗਲਾਈਸੀਮੀਆ, ਵੀ ਸ਼ੂਗਰ ਘਟ ਗਈ ਬਲੱਡ ਦੇ ਵਿੱਚ, ਜੀ ਉਹ ਸਿਚੁਏਸ਼ਨ ਆ ਜਾਂਦੀ ਹੈ, ਅਤੇ ਉਹ ਖਤਰਨਾਕ ਹੋ ਸਕਦੀ ਹੈ। ਸੋ ਜਿਹੜੀ ਇਨਸੂਲਿਨ ਆ, ਜਦੋਂ ਸਰੀਰ ਬੜਾ ਜ਼ੋਰ ਲਾਉਂਦਾ, ਪਹਿਲਾਂ ਉਹਨੂੰ ਲੱਗਦਾ ਕਿ ਕੁਛ ਠੀਕ ਨਹੀਂ ਚੱਲ ਰਿਹਾ, ਸ਼ੂਗਰ ਦੀ ਮਾਤਰਾ ਵੱਧ ਆ, ਹਾਂਜੀ ਉਹਨੂੰ ਬੈਲੈਂਸ ਕਰਨ ਲਈ ਪੈਨਕ੍ਰੀਆਸ ਵੀ ਹੋਰ ਜ਼ੋਰ ਲਾਉਂਦਾ। ਉਹ ਰਾਈਟ ਵੱਧ ਇਨਸੂਲਿਨ ਪ੍ਰੋਡਿਊਸ ਕਰਦਾ ਕਿ ਮੈਂ ਮਦਦ ਕਰਾਂ ਇਹਨੂੰ ਘਟਾਉਣ ਦੇ ਵਿੱਚ, ਪਰ ਇਨਸੂਲਿਨ ਕੰਮ ਨਹੀਂ ਕਰ ਰਹੀ ਸਹੀ ਤਰ੍ਹਾਂ। ਜਿਹੜੇ ਸੈੱਲ ਨੇ ਉਹ ਇਨਸੂਲਿਨ ਨੂੰ ਰੈਜ਼ਿਸਟੈਂਟ ਹੋ ਗਏ, ਉਹਨੂੰ ਕਿਹਾ ਜਾਂਦਾ ਕਿ ਇਨਸੂਲਿਨ ਰੈਜ਼ਿਸਟੈਂਟ ਹੈ, ਕਿ ਇਨਸੂਲਿਨ ਤਾਂ ਸਰੀਰ 'ਚ ਫਿਰਦੀ ਪਈ ਹੈ, ਓਕੇ ਪਰ ਜਿਹੜੇ ਮਸਲ ਸੈੱਲ ਨੇ ਖਾਸ ਤੌਰ 'ਤੇ, ਉਹ ਉਹਦੀ ਵਰਤੋਂ ਨਹੀਂ ਕਰ ਪਾ ਰਹੇ ਸ਼ੂਗਰ ਨੂੰ ਘਟਾਉਣ ਦੇ ਵਿੱਚ। ਜੀ ਅਤੇ ਉਹਦੇ ਵਿੱਚ ਕੀ ਹੈ, ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਜੇ ਆਪਾਂ ਡਾਇਬਟੀਜ਼ ਨੂੰ ਕੰਟਰੋਲ ਕਰਨਾ ਹੋਵੇ ਲਾਈਫ ਸਟਾਈਲ ਦੇ ਜ਼ਰੀਏ, ਕਿ ਹੋ ਕੀ ਰਿਹਾ, ਕਿਉਂ ਨਹੀਂ ਯੂਜ਼ ਕਰ ਪਾ ਰਹੇ ਸੈੱਲ। ਸੋ ਇਹ ਰਿਸਰਚ ਸ਼ੋ ਕਰਦੀ ਹੈ ਕਿ ਇਨਸੂਲਿਨ ਇੱਕ ਹਾਰਮੋਨ ਹੈ। ਜਿਹੜੇ ਉਹ ਹਾਰਮੋਨ ਨੇ ਉਹ ਉਦੋਂ ਹੀ ਐਕਟ ਕਰਨਗੇ ਜੇ ਉਹਨਾਂ ਨੂੰ ਕਿਸੇ ਜਗ੍ਹਾ, ਜਿਵੇਂ ਲੌਕ ਦੇ ਵਿੱਚ ਚਾਬੀ ਫਸ ਜਾਂਦੀ ਹੈ, ਜੀ ਸੋ ਇਨਸੂਲਿਨ ਚਾਬੀ ਹੈ ਉਸ ਦਰਵਾਜ਼ੇ ਦੇ ਤਾਲੇ ਦੀ, ਜਿਹਦੇ ਨਾਲ ਸ਼ੂਗਰ ਨੇ ਸੈੱਲ ਦੇ ਵਿੱਚ ਜਾਣਾ, ਜੀ ਬਲੱਡ 'ਚੋਂ ਨਿਕਲ ਕੇ, ਤਾਂ ਕਿ ਸੈੱਲ ਉਹਨੂੰ ਇਸਤੇਮਾਲ ਕਰ ਸਕੇ। ਪਰ ਜੇ ਉਹ ਤਾਲਾ ਜਿਹੜਾ ਉਹਦੇ 'ਚ ਕਿਸੇ ਨੇ ਗਮ ਫਸਾਤੀ, ਉਹ ਬੰਦ ਹੋ ਗਿਆ, ਉਹ ਚਾਬੀ ਲੱਗ ਨਹੀਂ ਸਕਦੀ ਉਹਦੇ 'ਚ, ਜਾਂ ਚਾਬੀ ਲੱਗ ਗਈ ਤਾਂ ਤਾਲਾ ਖੁੱਲ੍ਹ ਨਹੀਂ ਰਿਹਾ, ਉਹ ਇਨਸੂਲਿਨ ਰੈਜ਼ਿਸਟੈਂਸ ਆ। ਜੀ ਸੋ ਜਿਹੜੀ ਲਾਈਫ ਸਟਾਈਲ ਫੈਕਟਰਸ ਨੇ, ਉਹ ਇਨਸੂਲਿਨ ਰੈਜ਼ਿਸਟੈਂਸ ਨੂੰ ਬਣਾਉਣ ਦੇ ਵਿੱਚ ਅਤੇ ਉਸ ਤੋਂ ਛੁਟਕਾਰਾ ਦਿਵਾਉਣ 'ਚ ਬਹੁਤ ਮਦਦ ਕਰ ਸਕਦੇ। ਅੱਛਾ, ਇੱਕ ਨਾ ਆਮ ਤੌਰ 'ਤੇ ਧਾਰਨਾ ਹੁੰਦੀ ਹੈ ਕਿ ਜਿਹੜੇ ਲੋਕੀ ਬਹੁਤ ਜ਼ਿਆਦਾ ਮਿੱਠਾ ਖਾਂਦੇ ਨੇ, ਹਾਂਜੀ। ਉਹਨਾਂ ਨੂੰ ਇਹ ਸਮੱਸਿਆ ਹੋਏਗੀ, ਪਰ ਕਈ ਲੋਕ ਅਜਿਹੇ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕੋਈ ਬਹੁਤ ਹੀ ਜ਼ਿਆਦਾ ਸ਼ੂਗਰ ਕੰਜ਼ੰਪਸ਼ਨ ਵੀ ਨਹੀਂ ਕੀਤੀ, ਜਾਂ ਇਸ ਗੱਲ ਨੂੰ ਲੈ ਕੇ ਉਹ ਬੜੇ ਅਵੇਅਰ ਸੀ ਬਿਲਕੁਲ। ਕਿ ਜੀ ਮੈਂ ਇੰਨਾ ਜ਼ਿਆਦਾ ਮਿੱਠਾ ਨਹੀਂ ਖਾਣਾ, ਸਿਹਤ ਲਈ ਚੰਗਾ ਨਹੀਂ ਹੈ, ਹਾਂਜੀ। ਪਰ ਅੱਗੇ ਜਾ ਕੇ ਜੀ ਉਹ ਵੀ ਫਿਰ ਡਾਇਬਟਿਕ ਹੋ ਜਾਂਦੇ ਨੇ, ਜਾਂ ਹਾਂਜੀ। ਪ੍ਰੀ ਡਾਇਬਟਿਕ ਦੇ ਉਹਨਾਂ ਨੂੰ ਸੰਕੇਤ ਆਉਣੇ ਸ਼ੁਰੂ ਹੋ ਜਾਂਦੇ ਨੇ। ਹਾਂਜੀ। ਸੋ ਇਹ ਫਿਰ ਕਿਉਂ ਵਾਪਰਦਾ ਜੀ? ਸੋ ਸੇਮ ਚੀਜ਼ ਵਜੇ ਇਨਸੂਲਿਨ ਦੀ ਕਾਰਵਾਈ ਸਰੀਰ ਦੇ ਵਿੱਚ ਠੀਕ ਨਾ ਚੱਲੇ, ਉਹ ਇਸ ਚੀਜ਼ ਦਾ ਮੁੱਢਲਾ ਕਾਰਨ ਹੈ। ਸੋ ਇੱਕ ਤਾਂ ਆਮ ਅਕਸਰ ਹੈ ਜੀ, ਸ਼ੂਗਰ ਵੱਧ ਗਈ, ਇਹਦਾ ਮਤਲਬ ਸ਼ੂਗਰ ਖਾਣੀ ਬੰਦ ਕਰ ਦਿਓ ਅਤੇ ਸ਼ੂਗਰ ਠੀਕ ਹੋ ਜਾਊਗੀ। ਰਾਈਟ ਜਦ ਕਿ ਇੰਨਾ ਸਿੰਪਲ ਹੈ ਨਹੀਂ, ਇਸ ਤਰ੍ਹਾਂ ਹੁੰਦਾ ਨਹੀਂ। ਕਈ ਲੋਕ ਤਾਂ ਓਵਰਵੇਟ ਹੁੰਦੇ ਨੇ, ਉਹਨਾਂ ਦੀ ਕੈਲਰੀ ਕੰਜ਼ੰਪਸ਼ਨ ਜ਼ਿਆਦਾ ਹੈ। ਜਦੋਂ ਸਰੀਰ ਨੂੰ ਜ਼ਰੂਰਤ ਤੋਂ ਵੱਧ ਕੈਲਰੀਜ਼ ਦਿੱਤੀਆਂ ਜਾਣ, ਚਾਹੇ ਉਹ ਸ਼ੂਗਰ ਕਰਕੇ ਹੋਣ ਜਾਂ ਫੈਟ ਕਰਕੇ ਹੋਣ, ਕਿਸੇ ਤਰ੍ਹਾਂ ਵੀ ਹੋਣ, ਰਾਈਟ ਅਤੇ ਉਹਨੇ ਜਿਹੜੀਆਂ ਐਕਸਟਰਾ ਕੈਲਰੀਜ਼ ਨੇ, ਆਪਣੇ ਸਰੀਰ ਨੇ ਉਹਨਾਂ ਨੂੰ ਸਟੋਰ ਕਰਨਾ, ਸੋ ਐਜ਼ ਅ ਫੈਟ ਸਟੋਰ ਕਰਦੀ ਹੈ। ਰਾਈਟ ਪਰ ਜੇ ਕਿਸੇ ਦਾ ਭਾਰ ਵੱਧ ਨਹੀਂ ਹੈ, ਕਈਆਂ ਹਾਂਜੀ ਦੇ ਵਿੱਚ ਮੈਟਾਬੋਲਿਕ ਡਿਸਆਰਡਰ ਇਸ ਤਰ੍ਹਾਂ ਦਾ ਹੋ ਸਕਦਾ ਕਿ ਉਹ ਸਰੀਰ ਫੈਟ ਨਹੀਂ ਇੰਨੀ ਹੈਗੀ, ਪਰ ਫਿਰ ਵੀ ਉਹਨਾਂ ਦੀ ਇਨਸੂਲਿਨ ਦੀ ਕਾਰਵਾਈ, ਉਹਨਾਂ ਰਿਸੈਪਟਰਸ ਦੇ ਵਿੱਚ ਕੁਛ ਨਾ ਕੁਛ ਪਲੱਗ ਇਨ ਹੋ ਰਿਹਾ, ਉਹ ਤਾਲੇ ਦੇ ਵਿੱਚ ਕੁਛ ਨਾ ਕੁਛ ਫਸ ਰਿਹਾ ਹੈਗਾ ਕਿ ਚਾਬੀ ਕੰਮ ਨਹੀਂ ਕਰ ਪਾ ਰਹੀ, ਜੀ 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 ਅਤੇ ਉਹ ਅਕਸਰ ਫੈਟ ਦੇ ਨਾਲ, ਟਰਾਈਗਲਿਸਰਾਈਡਸ ਦੇ ਨਾਲ ਉਹਦਾ ਲਿੰਕ ਪਾਇਆ ਗਿਆ ਹੈ ਕਿ ਡਾਇਟ ਦੇ ਵਿੱਚ ਜਾਂ ਸਰੀਰ ਦੀ ਵਰਤੋਂ ਇਸ ਤਰ੍ਹਾਂ ਦੀ ਹੈ ਕਿ ਉਹ ਫੈਟ ਨੂੰ, ਟਰਾਈਗਲਿਸਰਾਈਡਸ ਨੂੰ ਸੋਹਣੀ ਤਰ੍ਹਾਂ ਇਸਤੇਮਾਲ ਨਹੀਂ ਕਰ ਪਾ ਰਿਹਾ। ਡਾਕਟਰ ਸਾਹਿਬ, ਕਈ ਵਾਰੀ
ਜਿਵੇਂ ਤੁਸੀਂ ਦੱਸਿਆ ਬੱਚਿਆਂ ਦੇ ਵਿੱਚ ਵੀ ਡਾਇਬਟੀਜ਼ ਹੋ ਜਾਂਦੀ ਆ। ਹਾਂਜੀ, ਸੋ ਆਈ ਥਿੰਕ ਇਹ ਜੋ ਮੈਨੂੰ ਗੱਲ ਸਮਝ ਆ ਰਹੀ ਹੈ, ਇਹਦਾ ਮਤਲਬ ਇਹ ਹੋਇਆ ਕਿ ਕਈ ਵਾਰੀ ਅਸੀਂ ਪ੍ਰੋਬਲਮ ਦਾ ਸਿਰਫ ਇੱਕੋ ਐਸਪੈਕਟ ਹੈ ਉਹਨੂੰ ਹੀ ਅਟੈਕ ਕਰੀ ਜਾਂਦੇ ਆ ਹਾਂਜੀ, ਕਿ ਡਾਇਬਟੀਜ਼ ਹੋ ਗਈ ਤਾਂ ਮਿੱਠਾ ਖਾਣਾ ਘਟਾ ਲਓ ਬਿਲਕੁਲ, ਜਾਂ ਕੈਲੋਰਿਕ ਇਨਟੇਕ ਆਪਣੀ ਘੱਟ ਕਰ ਲਓ। ਹਾਂਜੀ, ਪਰ ਪ੍ਰੋਬਲਮ ਉਹ ਨਹੀਂ ਆ, ਪ੍ਰੋਬਲਮ ਹੈ ਕਿ ਉਹਨੂੰ ਨਿਊਟਰਲਾਈਜ਼ ਕਰਨ ਨੂੰ, ਹਾਂਜੀ, ਬਾਡੀ ਦੇ ਵਿੱਚ ਬਲੱਡ ਸ਼ੂਗਰ ਨੂੰ ਨਿਊਟਰਲਾਈਜ਼ ਕਰਨ ਵਾਲਾ ਜਿਹੜਾ ਤੱਤ ਹੈ ਇਨਸੂਲਿਨ, ਹੁਣ ਉਹ ਪ੍ਰੋਪਰਲੀ ਜੇ ਕੰਮ ਨਹੀਂ ਕਰ ਰਹੇ, ਉਹ ਤਾਲੇ ਚਾਬੀ ਵਾਲਾ ਜਿਹੜਾ ਤੁਸੀਂ ਬੜਾ ਵਧੀਆ ਐਗਜ਼ਾਮਪਲ ਹਾਂਜੀ, ਦਿੱਤਾ, ਸੋ ਉਹਦੇ ਨਾਲ ਕੋਈ ਫਾਇਦਾ ਹੋਣਾ ਨਹੀਂ। ਬਿਲਕੁਲ, ਹਾਂ। ਬਿਲਕੁਲ ਵਿਜੇ, ਤੇ ਫਰਸਟ੍ਰੇਸ਼ਨ ਹੁੰਦੀ ਹੈ। ਯੈਸ। ਸੋ ਦਵਾਈਆਂ ਇਸ ਤਰ੍ਹਾਂ ਹੀ ਕੰਮ ਕਰਦੀਆਂ ਨੇ, ਜਿਹੜੀਆਂ ਡਾਇਬਟੀਜ਼ ਦੀਆਂ ਕਈ ਆਮ ਦਵਾਈਆਂ ਨੇ, ਉਹ ਇਨਸੂਲਿਨ ਦੀ ਕਾਰਵਾਈ ਨੂੰ ਬਿਹਤਰ ਕਰ ਦਿੰਦੀਆਂ ਨੇ ਸਰੀਰ ਦੇ ਵਿੱਚ, ਤੇ ਉਹਦੇ ਨਾਲ ਉਹ ਕੰਟਰੋਲ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਇੰਨਾ ਸਿੰਪਲ ਨਹੀਂ ਹੁੰਦਾ ਕਿ ਤੁਸੀਂ ਆਪਾਂ ਸ਼ੂਗਰ ਖਾਣੀ ਬੰਦ ਕਰ ਦਈਏ ਤੇ ਉਹ ਠੀਕ ਹੋ ਜਾਊਗਾ, ਜਾਂ ਫੈਟ ਖਾਣੀ ਬੰਦ ਕਰ ਦਈਏ। ਡਾਇਬਟੀਜ਼ 'ਚ ਪਾਇਆ ਗਿਆ ਕਿ ਕੋਈ ਵੀ ਐਸੀ ਡਾਇਟ, ਚਾਹੇ ਉਹ ਲੋ ਕਾਰਬ ਡਾਇਟ ਹੋਵੇ, ਜਿਹੜੀ ਅੱਜ ਕੱਲ੍ਹ ਕੀਟੋ ਡਾਇਟ ਬੜੀ ਫੇਮਸ ਹੈ, ਚਾਹੇ ਉਹ ਹਾਈ ਕਾਰਬ ਲੋ ਫੈਟ ਹੋਵੇ, ਜਿਹਦੇ 'ਚ ਕਿ ਕਾਰਬਸ ਖਾਂਦੇ ਨੇ ਲੋਕ, ਜੀ। ਸਾਰੀਆਂ ਡਾਇਟਸ ਐਜ਼ ਲੌਂਗ ਐਜ਼ ਉਹ ਕੈਲੋਰੀ ਕੰਜ਼ੰਪਸ਼ਨ ਘਟਾਉਂਦੀਆਂ ਨੇ, ਉਹ ਫਾਇਦੇਮੰਦ ਹੁੰਦੀਆਂ, ਉਹ ਲਾਹੇਮੰਦ ਹੁੰਦੀਆਂ ਨੇ। ਪਰ ਜਿਹੜੀ ਇਨਸੂਲਿਨ ਰੈਜ਼ਿਸਟੈਂਸ ਆ, ਉਹਦੇ ਮੈਕੈਨਿਜ਼ਮ ਉਹਨੂੰ ਸਭ ਤੋਂ ਵਧੀਆ ਤਰੀਕੇ ਨਾਲ ਜਿਹੜੀ ਲੋ ਫੈਟ ਡਾਇਟ ਆ, ਉਹ ਰਿਵਰਸ ਕਰਦੀ ਹੈ। ਅੱਛਾ ਜੀ। ਤੇ ਇਹ ਬਹੁਤ ਇੱਕ ਵਧੀਆ ਨੁਕਤਾ ਹੈ। ਕਾਰਬਸ ਬਾਰੇ ਅੱਜ ਕੱਲ੍ਹ ਬੜੀ YouTube ਤੇ ਇੰਡਸਟਰੀ ਦੇ ਵਿੱਚ ਬੜਾ ਪ੍ਰਮੋਸ਼ਨ ਹੁੰਦੀ ਹੈ ਕਿ ਜੀ ਕਾਰਬਸ ਬੜੇ ਮਾੜੇ ਨੇ। ਕਾਰਬਸ ਵਿਲਨ ਬਣਾਤੇ ਹੋਏ ਨੇ ਵੈਸੇ। ਬਿਲਕੁਲ ਜੀ, ਹਾਂਜੀ। ਜੀ। ਕਾਰਬਸ ਇਸ ਤਰ੍ਹਾਂ ਹੈਗੇ ਕਿ ਦੈਂਤ ਹੈਗਾ, ਇਹਨੇ ਖਾ ਹਾਂ। ਜਾਣਾ ਸਾਨੂੰ, ਹੈ ਨਾ, ਜੀ। ਤੇ ਇਹਨੂੰ ਤੁਸੀਂ ਨਾ ਖਾਓ। ਜੀ। ਪਰ ਕਾਰਬਸ ਤੇ ਫੈਟ ਤੇ ਪ੍ਰੋਟੀਨ ਤਿੰਨੋਂ ਹੀ ਡਾਇਟ ਦੇ ਵਿੱਚ ਜ਼ਰੂਰੀ ਨੇ, ਤੇ ਇਹ ਇਕੱਲੇ ਨਹੀਂ ਹੁੰਦੇ। ਇਹਨੂੰ ਐਜ਼ ਅ ਪੈਕੇਜ ਸੋਚਣਾ ਚਾਹੀਦਾ ਕਿ ਅਸੀਂ ਪੈਕੇਜ ਉਹ ਖਾਈਏ ਜਿਹੜਾ ਕੁਦਰਤੀ ਤੌਰ 'ਤੇ ਵਧੀਆ ਹੋਵੇ। ਜੀ। ਜਿਹੜੇ ਕਾਰਬਸ ਤਾਂ ਫੈਕਟਰੀਆਂ ਤੋਂ ਬਣ ਕੇ ਆ ਰਿਹਾ, ਪ੍ਰੋਸੈਸਡ ਖਾਣਿਆਂ 'ਚ ਕਾਰਬਸ ਨੇ, ਕੁੱਕੀਜ਼, ਬੇਕਿੰਗ, ਚਿਪਸ, ਇਹੋ ਜਿਹੇ ਕਾਰਬਸ ਨੇ, ਉਹ ਕਾਰਬਸ ਮਾੜੇ ਆ, ਤੇ ਉਹਨਾਂ ਕਾਰਬਸ ਦੇ ਨਾਲ ਸਾਰਿਆਂ ਨੂੰ ਹੀ ਨੁਕਸਾਨ ਹੋਊਗਾ। ਅਕਸਰ ਡਾਇਟਸ ਦੇ ਵਿੱਚ ਕਾਮਨ ਚੀਜ਼ ਇਹੀ ਹੁੰਦੀ ਹੈ ਕਿ ਉਹ ਜੰਕ ਫੂਡ ਘੱਟ ਕਰ ਦਿੰਦੀਆਂ ਨੇ ਜਾਂ ਰਾਈਟ। ਬੰਦ ਕਰ ਦਿੰਦੀਆਂ ਨੇ, ਰਾਈਟ। ਸੋ ਉਹਦੇ ਨਾਲ ਡੈਫੀਨੇਟਲੀ ਫਾਇਦਾ ਹੁੰਦਾ, ਰੈਂਡਮ ਈਟਿੰਗ ਘਟ ਜਾਂਦੀ ਆ। ਬਿਲਕੁਲ ਘੱਟ ਜਾਂਦੀ ਹੈ। ਤੇ ਖਾਸ ਕਰ ਬੱਚਿਆਂ ਦੇ ਵਿੱਚ ਪੈਨਕ੍ਰੀਆਸ ਜਿਹੜੀ ਆ, ਉਹ ਇੰਨੀ ਕੈਪੇਬਲ ਨਹੀਂ ਹੁੰਦੀ ਕਿ ਜਿੰਨੀਆਂ ਕੈਲੋਰੀਜ਼, ਜਿੰਨਾ ਉਹਨਾਂ ਨੂੰ ਕਈਆਂ ਚੀਜ਼ਾਂ 'ਚ, ਜਿਵੇਂ ਹਾਈ ਫਰਕਟੋਜ਼ ਕਾਰਨ ਸਿਰਪ ਹੈ, ਜੂਸਿਸ ਨੇ, ਈਵਨ ਕੈਚਅਪ, ਚਿਪਸ ਦੇ ਵਿੱਚ ਇਹ ਚੀਜ਼ਾਂ ਪਾਈਆਂ ਜਾਂਦੀਆਂ ਨੇ, ਉਹਨਾਂ ਦਾ ਪੈਨਕ੍ਰੀਆਸ ਦਾ ਆਰਗਨ ਇੰਨਾ ਕੈਪੇਬਲ ਨਹੀਂ ਹੁੰਦਾ ਕਿ ਉਹ ਇੰਨੀਆਂ ਸ਼ੂਗਰ ਦੀਆਂ ਸਰਜਸ ਨੂੰ ਹੈਂਡਲ ਕਰ ਸਕੇ। ਜੀ। ਤੇ ਅਕਸਰ ਬੱਚਿਆਂ ਨੂੰ ਹੀ ਸਭ ਤੋਂ ਵੱਧ ਮਿੱਠਾ ਖਾਣ ਨੂੰ ਦਿੱਤਾ ਜਾਂਦਾ। ਜੀ। ਸੋ ਕਹਿੰਦਾ ਇਹਨੂੰ ਫਰਕ ਨਹੀਂ ਪੈਂਦੇ। ਹਾਂਜੀ, ਕਹਿੰਦੇ ਇਹ ਤਾਂ ਵੱਧ ਫੁੱਲ ਰਹੇ ਨੇ, ਕੋਈ ਗੱਲ ਨਹੀਂ, ਪਰ ਉਹ ਕਈ ਵਾਰੀ ਗਲਤ ਡਾਇਰੈਕਸ਼ਨ 'ਚ ਵੱਧ ਰਹੇ ਹੁੰਦੇ ਆ। ਸੋ ਉਸ ਚੀਜ਼ ਵੱਲ ਬਹੁਤ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ। ਤੇ ਜੇ ਬੱਚੇ ਓਬੀਜ਼ ਨੇ, ਉਹਦੇ 'ਚ ਬੱਚੇ ਦਾ ਕਸੂਰ ਨਹੀਂ ਹੈ, ਕਿਉਂਕਿ ਉਹਨਾਂ ਨੇ ਨਹੀਂ ਇਹ ਚੋਇਸਿਸ ਕੀਤੀਆਂ, ਉਹਦੇ 'ਚ ਕਸੂਰ ਵਾਤਾਵਰਨ ਦਾ, ਆਮ ਜੋ ਮਾਹੌਲ ਹੈ ਉਸ ਦਾ। ਜੀ। ਤੇ ਈਵਨ ਜਿਹੜੀ ਓਬੇਸਿਟੀ ਹੈ, ਉਹਨੂੰ ਇੱਕ ਤਰ੍ਹਾਂ ਨਾਲ ਇੱਕ ਡਿਜ਼ੀਜ਼ ਮੰਨ ਕੇ ਚੱਲਣਾ ਚਾਹੀਦਾ। ਉਹ ਐ ਨਹੀਂ ਕਿ ਤੁਹਾਡਾ ਸੈਲਫ ਕੰਟਰੋਲ ਨਹੀਂ ਹੈਗਾ ਜਾਂ ਤੁਸੀਂ ਮਾੜੇ ਹੋ, ਤੁਹਾਨੂੰ ਖਾਣ 'ਚ ਸਮਝ ਨਹੀਂ ਹੈ। ਨਹੀਂ, ਉਹ ਇਸ ਤੋਂ ਗਹਿਰੀ ਚੀਜ਼ ਆ, ਉਹ ਇੱਕ ਬਿਮਾਰੀ ਦੀ ਤਰ੍ਹਾਂ ਹੈ। ਤੇ ਜੀ। ਉਹਨੂੰ ਸਮਝ ਕੇ ਕਿ ਕਿਹੜੀਆਂ ਚੀਜ਼ਾਂ ਤੁਹਾਨੂੰ ਉਕਸਾ ਰਹੀਆਂ ਨੇ ਕਿ ਤੁਸੀਂ ਗਲਤ ਖਾ ਰਹੇ ਹੋ, ਉਸ ਫੈਕਟਰ ਨੂੰ ਸਮਝ ਕੇ ਹੈਂਡਲ ਕਰਨਾ ਚਾਹੀਦਾ। ਉਹਦੇ ਨਾਲ ਨਾ ਇੱਕ ਚੀਜ਼ ਜੁੜਦੀ ਹੈ ਜੀ, ਸਵਾਲ ਆਇਆ WhatsApp ਤੇ ਹੁਣੇ, ਤੇ ਸਾਡੇ ਸੁਣਨ ਵਾਲੇ ਇਹ ਕਹਿ ਰਹੇ ਨੇ, ਕਹਿੰਦੇ ਇੱਕ ਇਹ ਗੱਲ ਕਹੀ ਜਾਂਦੀ ਆ ਕਿ ਸ਼ੂਗਰ ਨਾਲੋਂ ਵੀ ਜ਼ਿਆਦਾ ਸਟ੍ਰੈਸ ਡਾਇਬਟੀਜ਼ ਦੀ ਵਜ੍ਹਾ ਬਣ ਜਾਂਦਾ। ਕਹਿੰਦੇ ਇਹ ਗੱਲ ਸਹੀ ਹੈ ਕਿ ਮਿਥ ਹੈ? ਬਿਲਕੁਲ ਸਹੀ ਹੈ ਜੀ। ਸੋ ਜਿਹੜੀ ਸਟ੍ਰੈਸ ਹੈ, ਜਿਵੇਂ ਆਪਾਂ ਸਟ੍ਰੈਸ ਵਾਲੇ ਐਪੀਸੋਡਸ 'ਚ ਗੱਲ ਕੀਤੀ ਸੀ ਕਿ ਹਾਰਮੋਨ ਪ੍ਰੋਡਿਊਸ ਹੁੰਦੇ ਨੇ। ਜੀ। ਸੋ ਸਟ੍ਰੈਸ ਹਾਰਮੋਨ ਕੋਰਟੀਸੋਲ ਮੰਨਿਆ ਜਾਂਦਾ। ਕੋਰਟੀਸੋਲ ਦੇ ਨਾਲ ਜਿਹੜੀ ਸ਼ੂਗਰ ਆ, ਉਹ ਵੱਧਦੀ ਹੈ ਜੀ। ਜਦੋਂ ਬਾਡੀ 'ਚ ਫਾਈਟ ਐਂਡ ਫਲਾਈਟ ਰਿਸਪੌਂਸ ਆਵੇ ਕਿ ਮੈਂ ਹੁਣ ਭੱਜ ਕੇ ਜਾਨ ਬਚਾਉਣੀ ਹੈ, ਤੇ ਸਭ ਤੋਂ ਪਹਿਲਾਂ ਸਰੀਰ ਕਹਿੰਦਾ ਵੀ ਭੱਜਣਾ ਤਾਂ ਸ਼ੂਗਰ ਚਾਹੀਦੀ ਹੈ, ਜੀ। ਸੋ ਸ਼ੂਗਰ ਰਿਲੀਜ਼ ਹੁੰਦੀ ਹੈ। ਸੋ ਜਿਹੜੇ ਸਟ੍ਰੈਸ ਹਾਰਮੋਨਸ ਨੇ, ਉਹ ਡਾਇਬਟੀਜ਼ ਦਾ ਕਾਰਨ ਬਣਦੇ ਆ। ਰਾਈਟ। ਸੋ ਲਾਈਫ ਸਟਾਈਲ ਚੇਂਜ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਟ੍ਰੈਸ ਮੈਨੇਜ ਕਰਨੀ ਇੱਕ ਬੜਾ ਅਹਿਮ ਹਿੱਸਾ ਹੈ ਉਸਦਾ। ਸੋ ਜਦੋਂ ਇਹ ਲਗਾ ਲਈਏ ਕਿ ਜਿਵੇਂ ਫਾਈਟ ਔਰ ਫਲਾਈਟ ਰਿਸਪੌਂਸ ਦੀ ਗੱਲ ਹੈ, ਹਾਂਜੀ, ਜਦੋਂ ਬਾਡੀ ਦੇ ਵਿੱਚ ਇਸ ਤਰ੍ਹਾਂ ਦੀ ਸ਼ੂਗਰ ਸਰਜ ਹੋਏਗੀ, ਤਾਂ ਉਹਨੂੰ ਨਿਊਟਰਲਾਈਜ਼ ਕਰਨ ਲਈ ਪੈਨਕ੍ਰੀਆਸ ਨੂੰ ਐਕਟੀਵੇਟ ਹੋਣਾ ਪਏਗਾ, ਇਨਸੂਲਿਨ ਪ੍ਰੋਡਿਊਸ ਕਰਨੀ ਪਏਗੀ। ਬਿਲਕੁਲ ਵਿਜੇ। ਸੋ ਜਦੋਂ ਸ਼ੂਗਰ ਵਧੀ, ਜੀ। ਉਹ ਡਿਟੈਕਟ ਹੋਈ, ਪੈਨਕ੍ਰੀਆਸ ਹੋਰ ਐਕਸ਼ਨ 'ਚ ਆ ਗਿਆ, ਰਾਈਟ। ਉਹਨੇ ਇਨਸੂਲਿਨ ਵੱਧ ਪ੍ਰੋਡਿਊਸ ਕੀਤੀ। ਤੇ ਇਨਸੂਲਿਨ ਦੇ ਬੜੇ ਅਸਰ ਹੁੰਦੇ ਨੇ। ਜਿਹੜਾ ਹਾਈਪਰ ਇਨਸੂਲਿਮੀਆ, ਇਨਸੂਲਿਨ ਵੱਧ ਹੋਣੀ, ਉਹ ਹਾਰਟ ਡਿਜ਼ੀਜ਼ ਤੇ ਕੈਂਸਰ ਦਾ ਵੀ ਕਾਰਨ ਬਣਦੀ ਹੈ। ਸੋ ਇਨਸੂਲਿਨ ਦੀ ਮਾਤਰਾ ਸਰੀਰ 'ਚ ਵੱਧ ਹੋਵੇ, ਇਹ ਬੜਾ ਹਾਨੀਕਾਰਕ ਹੁੰਦਾ। ਰਾਈਟ। ਤੇ ਇਨਸੂਲਿਨ ਦੇ ਨਾਲ ਫਿਰ ਭੁੱਖ ਵੀ ਲੱਗਦੀ ਹੈ। ਓਕੇ। ਸੋ ਇੱਕ ਸਾਈਕਲ ਬਣ ਜਾਂਦਾ ਕਿ ਤੁਹਾਡੇ ਸਰੀਰ 'ਚ, ਖੂਨ ਦੇ ਵਿੱਚ ਸ਼ੂਗਰ, ਗਲੂਕੋਜ਼ ਦੀ ਮਾਤਰਾ ਵੱਧ ਹੈ, ਇਨਸੂਲਿਨ ਦੀ ਮਾਤਰਾ ਵੀ ਵੱਧ ਹੈ,
ਜੀ ਥੋੜ੍ਹੀ ਦੇਰ ਬਾਅਦ ਤੁਹਾਨੂੰ ਭੁੱਖ ਵੀ ਲੱਗ ਰਹੀ ਹੈ, ਫਿਰ ਤੁਸੀਂ ਹੋਰ ਖਾਂਦੇ ਹੋ। ਹੂੰ ਸੋ ਆਪਣੇ ਆਪ 'ਚ ਇੱਕ ਸੈਲਫ ਫੀਡਿੰਗ ਚੱਕਰ ਚੱਲ ਜਾਂਦਾ ਹੈ। ਅਕਸਰ ਸ਼ੂਗਰ ਦੇ, ਡਾਇਬਟੀਜ਼ ਦੇ ਸਿੰਪਟਮਸ 'ਚ ਕਿਹਾ ਜਾਂਦਾ ਹੈ ਕਿ 3 ਚੀਜ਼ਾਂ ਹੁੰਦੀਆਂ ਨੇ, ਪੋਲੀਡਿਪਸੀਆ, ਪੋਲੀਯੂਰੀਆ, ਪੋਲੀਫੇਜੀਆ। ਹੂੰ ਹੂੰ ਤੁਹਾਨੂੰ ਪਿਆਸ ਬੜੀ ਲੱਗਦੀ ਹੈ, ਹੂੰ ਪਾਣੀ ਪੀਣ ਨੂੰ ਬਾਰ-ਬਾਰ ਦਿਲ ਕਰਦਾ, ਮੂੰਹ ਸੁੱਕਦਾ, ਭੁੱਖ ਲੱਗਦੀ ਹੈ ਤੇ ਤੁਸੀਂ ਵਾਸ਼ਰੂਮ ਬਹੁਤ ਜਾਂਦੇ ਹੋ। ਰਾਈਟ ਸੋ ਇਹ 3 ਪੁਰਾਣੇ ਕਲਾਸਿਕ ਸਿੰਪਟਮ ਮੰਨੇ ਜਾਂਦੇ ਸੀ ਕਿ ਇਹਦਾ ਮਤਲਬ ਸ਼ੂਗਰ ਵਧੀ ਹੋ ਸਕਦੀ ਹੈ। ਰਾਈਟ ਪਰ ਨਾਲ ਵੀਕਨੈਸ ਵੀ ਹੁੰਦੀ ਹੈ, ਕਿਉਂਕਿ ਸਰੀਰ ਐਨਰਜੀ ਚਾਹੀਦੀ ਹੈ ਪਰ ਉਹਦਾ ਇਸਤੇਮਾਲ ਸਹੀ ਨਹੀਂ ਕਰ ਪਾ ਰਿਹਾ। ਡਾਕਟਰ ਸਾਹਿਬ ਹੁਣ ਗੱਲ ਕਰੀਏ ਕੋਈ ਜਿਹੜੀਆਂ ਸਟੱਡੀਜ਼ ਨੇ ਡਾਇਬਟੀਜ਼ ਦੇ ਸੰਦਰਭ ਵਿੱਚ ਕਾਫੀ ਸਟੱਡੀਜ਼ ਆਈਆਂ, ਜਿਹੜੇ ਇਹਦੇ ਪ੍ਰੀਵੈਂਸ਼ਨ ਪ੍ਰੋਗਰਾਮਸ ਨੇ ਹਾਂਜੀ। ਉਹਨਾਂ ਬਾਰੇ ਥੋੜ੍ਹੀ ਜਿਹੀ ਗੱਲ ਦੱਸਿਓ ਜੀ ਜ਼ਰੂਰ। ਸੋ ਵਿਜੇ, ਜਿਹੜੀ ਸਾਰਿਆਂ ਨਾਲੋਂ ਮੈਨੂੰ ਇੰਟਰਸਟਿੰਗ ਸਟੱਡੀ ਲੱਗੀ ਨਾ, ਜੀ ਉਹ ਸੀਗੀ ਪ੍ਰੀ ਡਾਇਬੈਟਿਕਸ 'ਤੇ। ਅੱਛਾ ਜੀ ਜਿਵੇਂ ਆਪਾਂ ਗੱਲ ਕੀਤੀ ਕਿ ਬਲੱਡ ਸ਼ੂਗਰ ਦਾ ਕੰਟਰੋਲ ਨਾਰਮਲ ਨਾਲੋਂ ਖਰਾਬ ਹੋਣਾ ਸ਼ੁਰੂ ਹੋ ਗਿਆ, ਪਰ ਹਜੇ ਉੱਥੇ ਨਹੀਂ ਪਹੁੰਚਿਆ ਜਿੱਥੇ ਕਿਹਾ ਜਾਏ ਕਿ ਇਹਨਾਂ ਨੂੰ ਡਾਇਬਟੀਜ਼ ਹੋ ਗਈ। ਜੀ ਉਹਨਾਂ ਨੇ ਕਿਹਾ ਆਪਾਂ ਇਹ ਪੋਪੂਲੇਸ਼ਨ ਲਈਏ ਤੇ ਇਹਨਾਂ ਮਰੀਜ਼ਾਂ 'ਚ ਚੇਂਜਸ ਕਰਕੇ ਦੇਖੀਏ ਕਿ ਇਹਨਾਂ ਨੂੰ ਡਾਇਬਟੀਜ਼ ਨਾ ਹੋਵੇ, ਬਚਾ ਲਈਏ। ਜੀ ਸੋ ਉਹਦਾ ਨਾਂ ਸੀਗਾ ਡਿਜ਼ੀਜ਼ ਪ੍ਰੀਵੈਂਸ਼ਨ, ਡਾਇਬਟੀਜ਼ ਪ੍ਰੀਵੈਂਸ਼ਨ ਸਟੱਡੀ ਨਾ, ਜੀ DDP। ਉਹਦੇ 'ਚ 2 ਗਰੁੱਪ ਬਣਾਏ ਗਏ। ਇੱਕ ਗਰੁੱਪ ਨੂੰ ਲਾਈਫਸਟਾਈਲ ਚੇਂਜਸ ਦੱਸੀਆਂ ਗਈਆਂ ਕਿ ਮੋਟੇ-ਮੋਟੇ ਤੌਰ ਤੇ ਬਹੁਤ ਸਟ੍ਰਿਕਟ ਨਹੀਂ, ਪਰ ਤੁਸੀਂ ਕੁਛ ਐਕਸਰਸਾਈਜ਼ ਕਰਨੀ ਹੈ, ਸਟ੍ਰੈਸ ਕੰਟਰੋਲ ਦੀਆਂ ਟੈਕਨੀਕਸ ਤੇ ਨਿਊਟ੍ਰੀਸ਼ਨ, ਆਪਣਾ ਖਾਣਾ ਤਬਦੀਲ ਕਰਨਾ ਤੇ ਹੌਲੀ-ਹੌਲੀ ਤਬਦੀਲ ਕਰਨਾ। ਜੀ ਤੇ ਦੂਸਰੇ ਗਰੁੱਪ ਨੂੰ ਡਾਇਬਟੀਜ਼ ਵਾਸਤੇ ਇੱਕ ਦਵਾਈ ਹੈ ਮੈਟਫੋਰਮਿਨ, ਅਕਸਰ ਦਿੱਤੀ ਜਾਂਦੀ ਹੈ ਤੇ ਬੜੀ ਵਧੀਆ ਕਾਰਗਰ ਦਵਾਈ ਹੈ, ਫਸਟ ਲਾਈਨ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਪ੍ਰੀਵੈਂਟੇਟਿਵਲੀ ਆਪਾਂ ਮੈਟਫੋਰਮਿਨ ਦੇਣੀ ਹੈ। ਇਹ ਸੋਚ ਕੇ ਕਿ ਹੋਰ ਕੁਝ ਨਹੀਂ ਬਦਲਣਾ, ਤੁਸੀਂ ਮੈਟਫੋਰਮਿਨ ਥੋੜ੍ਹੀ ਜਿਹੀ ਖਾਣੀ ਸ਼ੁਰੂ ਕਰ ਦਿਓ ਤੇ ਦੇਖਦੇ ਆ ਤੁਹਾਨੂੰ ਅੱਗੇ ਜਾ ਕੇ ਡਾਇਬਟੀਜ਼ ਹੁੰਦੀ ਜਾਂ ਨਹੀਂ। ਜੀ ਉਸ ਸਟੱਡੀ ਦੇ ਨਤੀਜੇ ਇਹ ਸੀਗੇ ਤੇ ਉਹ ਕਾਫੀ ਦੇਰ ਚੱਲੀ, ਜਿਵੇਂ ਆਲਮੋਸਟ 3 ਸਾਲ ਚੱਲਦੀ ਰਹੀ, ਫੋਲੋ ਅਪ ਕਰਦੇ ਰਹੇ। ਉਹਦੇ ਨਤੀਜੇ ਇਹ ਸੀਗੇ ਕਿ ਜਿਹੜਾ ਮੈਟਫੋਰਮਿਨ ਵਾਲਾ ਗਰੁੱਪ ਸੀ, ਉਹਦੇ 'ਚ ਤਕਰੀਬਨ 30% ਲੋਕਾਂ ਨੂੰ ਫਾਇਦਾ ਹੋਇਆ। ਉਹਨਾਂ ਨੂੰ ਅੱਗੇ ਜਾ ਕੇ ਡਾਇਬਟੀਜ਼ ਨਹੀਂ ਹੋਈ, ਜਿਨ੍ਹਾਂ ਨੇ ਦਵਾਈ ਖਾਧੀ। ਜੀ ਜੀ ਤੇ ਜਿਹੜਾ ਲਾਈਫਸਟਾਈਲ ਚੇਂਜਸ ਵਾਲਾ ਗਰੁੱਪ ਸੀ, ਉਹਦੇ 'ਚ ਤਕਰੀਬਨ 70% ਲੋਕਾਂ ਨੂੰ ਫਾਇਦਾ ਹੋਇਆ। ਉਹਨਾਂ ਨੇ ਦਵਾਈ ਨਹੀਂ ਖਾਧੀ, ਪਰ ਆਪਣਾ ਲਾਈਫਸਟਾਈਲ ਚੇਂਜ ਕੀਤਾ। ਉਹ ਹਰ ਕੁਝ ਹਫ਼ਤਿਆਂ ਬਾਅਦ ਮਿਲਦੇ ਸੀ, ਮਿਲ ਕੇ ਸੈਮੀਨਾਰਸ ਲਾ ਕੇ ਡਿਸਕਸ ਕਰਦੇ ਸੀ ਕਿ ਆਹ ਚੇਂਜਸ ਕਰਨੀਆਂ ਨੇ, ਇਸ ਤਰ੍ਹਾਂ ਜੀ ਇਹਨਾਂ ਚੀਜ਼ਾਂ ਦੇ ਹੱਲ ਆਹ ਨੇ। ਜੀ ਸੋ ਉਹ ਸਟੱਡੀ ਦਾ ਰਿਜ਼ਲਟ ਇਹ ਸੀ ਕਿ ਮੈਟਫੋਰਮਿਨ ਇਫੈਕਟਿਵ ਹੈ ਡਾਇਬਟੀਜ਼ ਪ੍ਰੀਵੈਂਟ ਕਰਨ ਦੇ ਵਿੱਚ, ਪਰ ਉਹਦੇ ਨਾਲੋਂ ਲਾਈਫਸਟਾਈਲ ਟਵਾਈਸ ਐਜ਼ ਇਫੈਕਟਿਵ ਹੈ, ਜੀ ਦੁੱਗਣਾ ਫਾਇਦਾ ਹੁੰਦਾ ਉਹਦੇ ਨਾਲ। ਜੀ ਫਿਰ ਉਹ ਸਟੱਡੀ ਨੂੰ ਰੋਕਤਾ ਗਿਆ। ਅੱਛਾ ਜੀ ਰੋਕਿਆ ਇਸ ਕਰਕੇ ਕਹਿੰਦੇ ਵੀ ਐਥੀਕਲੀ ਇਹ ਗਲਤ ਆ ਕਿ ਆਪਾਂ ਜਿਹੜਾ ਮੈਟਫੋਰਮਿਨ ਵਾਲਾ ਗਰੁੱਪ ਆ ਉਹਨੂੰ ਇਹ ਦੱਸੀਏ ਨਾ ਕਿ ਦੂਸਰਿਆਂ ਨੂੰ ਡਬਲ ਫਾਇਦਾ ਹੋ ਰਿਹਾ। ਸੋ ਇਹ ਪ੍ਰੀਵੈਂਸ਼ਨ ਸਟੱਡੀ ਸੀਗੀ, ਟ੍ਰੀਟਮੈਂਟ ਨਹੀਂ ਸੀ। ਜੀ ਪਰ ਉਹਦਾ ਨਤੀਜਾ ਇਹ ਸੀ ਕਿ ਲਾਈਫਸਟਾਈਲ ਚੇਂਜਸ ਬਹੁਤ ਇਫੈਕਟਿਵ ਨੇ ਜੇ ਉਹ ਸਹੀ ਤਰ੍ਹਾਂ ਕੀਤੀਆਂ ਜਾਣ। ਜੀ ਪਰ ਉਹਨਾਂ ਨੂੰ ਸਮਝ ਕੇ ਕਿ ਸਰੀਰ 'ਚ ਨੁਕਸ ਕੀ ਹੈ, ਕਿਸ ਤਰ੍ਹਾਂ ਦੀ ਤਬਦੀਲੀ ਆ ਰਹੀ ਹੈ, ਤੇ ਇਸ ਤਰ੍ਹਾਂ ਨਾ ਸੋਚਿਆ ਜਾਏ ਕਿ ਹੁਣ ਸ਼ੂਗਰ ਵੱਧ ਗਈ ਤਾਂ ਹੁਣ ਕਰੇਲਿਆਂ ਦਾ ਜੂਸ ਪੀ ਲਈਏ ਹਾਂ ਜਾਂ ਕੁਇਕ ਫਿਕਸਿਸ ਹੈ ਨਾ। ਹਾਂਜੀ, ਨਿੰਮ ਦੇ ਪੱਤੇ ਖਾ ਲਈਏ, ਜੋ ਕਿ ਸਾਰੀਆਂ ਚੰਗੀਆਂ ਚੀਜ਼ਾਂ ਨੇ ਆਪਣੇ ਆਪ 'ਚ। ਜੀ ਪਰ ਆਪਾਂ ਅਕਸਰ ਕੋਸ਼ਿਸ਼ ਕਰਦੇ ਹਾਂ ਵੀ ਇੱਕ ਬਿਮਾਰੀ ਦਾ ਇੱਕ ਕਿਸੇ ਨੁਕਤੇ ਨਾਲ ਹੱਲ ਹੋ ਜਾਏ, ਜਦ ਕਿ ਉਹ ਜ਼ਿਆਦੀਆਂ ਕੰਪਲੈਕਸ ਨੇ। ਲਾਈਫਸਟਾਈਲ ਦੀਆਂ, ਜ਼ਿੰਦਗੀ ਦੀਆਂ ਤੰਦਾਂ ਆਪਸ 'ਚ ਜੁੜੀਆਂ ਹੋਈਆਂ। ਜੀ ਨਿੰਮ ਦੇ ਪੱਤੇ ਨੇ ਸਟ੍ਰੈਸ ਨੂੰ ਕੁਛ ਨਹੀਂ ਕਰਨਾ। ਸੋ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰੋਗੇ, ਸਟ੍ਰੈਸ ਮੈਨੇਜ ਨਹੀਂ ਕਰੋਗੇ, ਤੇ ਆਪਾਂ ਦਵਾਈਆਂ ਜਾਂ ਦੇਸੀ ਨੁਸਖੇ ਟਰਾਈ ਕਰੀ ਜਾਵਾਂਗੇ, ਉਹਦੇ ਨਾਲ ਹੌਲੀ-ਹੌਲੀ ਅੰਦਰ ਹੀ ਅੰਦਰ ਨੁਕਸਾਨ ਹੋਏ ਜਾਂਦਾ। ਫਿਰ ਅਕਸਰ ਇੱਕ ਗੋਲੀ ਤੋਂ ਦੂਸਰੀ, ਦੂਸਰੀ ਤੋਂ ਤੀਸਰੀ, ਫਿਰ ਇਨਸੂਲਿਨ ਸ਼ੁਰੂ ਹੋ ਜਾਂਦੀ ਹੈ। ਜੀ ਜੇ ਇਸ ਨੂੰ ਐਜ਼ ਅ ਵਾਰਨਿੰਗ ਲੈ ਕੇ ਆਪਾਂ ਡਾਇਟ ਤੇ, ਐਕਸਰਸਾਈਜ਼ ਤੇ ਸਟ੍ਰੈਸ ਮੈਨੇਜਮੈਂਟ ਤੇ ਜ਼ੋਰ ਦਿੱਤਾ ਜਾਏ ਤੇ ਬਹੁਤ ਸਰੀਰ ਦਾ ਫਾਇਦਾ ਹੋ ਸਕਦਾ। ਡਾਕਟਰ ਸਾਹਿਬ ਆਈ ਥਿੰਕ ਨੈਕਸਟ ਵੀਕ ਜਿਹੜੀ ਆਪਾਂ ਗੱਲ ਕਰੀਏ, ਕਿਉਂਕਿ ਜਿਵੇਂ ਤੁਸੀਂ ਕਹਿ ਹੀ ਰਹੇ ਸੀ ਕਿ ਡਾਇਟ ਵਾਲਾ ਜਿਹੜਾ ਪਹਿਲੂ ਆ ਉਹ ਵੀ ਜ਼ਰੂਰ ਆਪਾਂ ਛੋਵਾਂਗੇ। ਹਾਂਜੀ, ਸੋ ਆਈ ਥਿੰਕ ਇਨ ਦ ਵੀਕਸ ਅਹੈਡ ਇਹ ਡਾਇਬਟੀਜ਼ ਵਾਲਾ ਹੀ ਜਿਹੜਾ ਕਨਸੈਪਟ ਹੈ ਜਾਂ ਡਾਇਬਟੀਜ਼ ਨੂੰ ਕਿਵੇਂ ਮੈਨੇਜ ਕਰਨਾ, ਇਹਦੇ ਬਾਰੇ ਗੱਲਬਾਤ ਜਾਰੀ ਰੱਖਾਂਗੇ ਜੀ। ਬਿਲਕੁਲ ਵਿਜੇ। ਕਹਿੰਦੇ ਨੇ ਕਿ ਸੁਭਾਅ ਦੇ ਵਿੱਚ ਮਿਠਾਸ ਰੱਖੋ, ਪਰ ਸ਼ੂਗਰ ਨਾ ਹੋਣ ਦਿਓ। ਜੀ ਵੈਲ ਸੈਡ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਡਾਕਟਰ ਸਾਹਿਬ। ਥੈਂਕ ਯੂ ਵਿਜੇ।